ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਸਬਦੈ ਸਾਧਨਾ ਆਇਓ, ਨਾਮ ਨਾ ਲੱਗੋ ਪਿਆਰ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਨਾਨਕ ਪਇਐ ਕਿਰਤ ਕਮਾਵਣਾ, ਕੋਇ ਨ ਮੇਟਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦਸਾਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਸਰੂਪ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਅੱਜ 791 ਅੰਗ ਉੱਪਰ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕੇ ਕਿਰਪਾ ਕੀਤੀ। ਅੰਮ੍ਰਿਤ ਵੇਲੇ ਸਵੇਰੇ ਜਿੱਥੇ ਬਾਣੀ ਆਪ ਜੀ ਉਚਾਰਨ ਕਰਦੇ ਸੀ, ਉੱਥੇ ਸ਼ਾਮ ਦੇ ਟਾਈਮ 'ਤੇ ਗੁਰਸਿੱਖਾਂ ਨੂੰ ਇਹਦੇ ਅਰਥ ਔਰ ਵਿਚਾਰ ਦੁਆਰਾ ਨਿਹਾਲ ਕਰਦੇ ਸੀ। ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰਸਿੱਖਾਂ ਦੇ ਅੰਦਰ ਬਰਕਤਾਂ ਵਰਤ ਗਈਆਂ, ਰਹਿਮਤਾਂ ਵਰਤ ਗਈਆਂ, ਚੜ੍ਹਦੀ ਕਲਾ ਹੋ ਗਈ ਔਰ ਗੁਰੂ ਸਾਹਿਬ ਨੇ ਕਥਾ ਦੀ ਰੀਤ ਪੰਥ ਦੇ ਵਿੱਚ ਪ੍ਰਚਲਿਤ ਕਰ ਦਿੱਤੀ ਹੈ। ਉਸੇ ਕਿਰਪਾ ਕਰਕੇ ਹੀ ਇਹ ਕਾਰਜ ਚੱਲ ਰਹੇ ਹਨ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਆਪ ਜੀ ਰਹਿਮਤ ਕਰੋ ਜੀ। ਮਹੱਲਾ ਪਹਿਲਾ। ਸਬਦੈ ਸਾਧਨਾ ਆਇਓ, ਨਾਮ ਨ ਲੱਗੋ ਪਿਆਰ। ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੀ ਫਰਮਾਨ ਕਰ ਰਹੇ ਹਨ ਕਿ ਜਿਹੜਾ ਮਨਮੁਖ ਹੈ, ਕੱਲਾ ਉੱਪਰਲੇ ਸ਼ਲੋਕ ਨੂੰ ਨਾਲ ਲਈਏ, ਕੱਲਾ ਪੜ੍ਹਨਾ ਗੁਣਨਾ, ਸਿਰਫ ਲੋਕਾਂ ਨੂੰ ਸੁਣਾਉਣਾ ਇੱਥੋਂ ਤੱਕ ਸੀਮਤ ਰਹਿੰਦਾ ਹੈ। ਕਹਿੰਦੇ ਉਹਨੂੰ ਸ਼ਬਦ ਦਾ ਸਵਾਦ ਨਹੀਂ ਆਉਂਦਾ, ਨਾਮ ਬਾਣੀ ਦਾ ਸਵਾਦ ਨਹੀਂ ਆਉਂਦਾ ਔਰ ਨਾਮ ਦਾ ਪ੍ਰੇਮ ਨਹੀਂ ਲੱਗਾ ਉਸ ਨੂੰ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਉਹ ਰਸਨਾ ਤੋਂ ਫਿੱਕਾ ਬੋਲਦਾ, ਕੌੜਾ ਬੋਲਦਾ ਹੈ, ਹਰ ਰੋਜ਼ ਖੁਆਰੀ ਹੁੰਦੀ ਹੈ ਉਹਦੇ ਜੀਵਨ ਅੰਦਰ। ਨਾਨਕ ਪਇਐ ਕਿਰਤ ਕਮਾਵਣਾ, ਕੋਈ ਨਾ ਮੇਟਣ ਹਾਰ। ਮਹਾਰਾਜ ਕਹਿੰਦੇ ਪਰ ਹੁਣ ਉਹ ਕੀ ਕਰ ਸਕਦਾ ਹੈ, ਕਿਉਂਕਿ ਉਹਦੀ ਕਿਰਤ ਦੇ ਵਿੱਚ, ਸੁਭਾਅ ਦੇ ਵਿੱਚ ਇਹ ਗੱਲਾਂ ਪੈ ਗਈਆਂ ਹਨ। ਬਹੁਤਾ ਕਿਸੇ ਕੰਮ ਨੂੰ ਕਰੀਏ ਤੇ ਉਹ ਕਿਰਤ ਬਣ ਜਾਂਦੀ ਹੈ, ਸੁਭਾਅ ਬਣ ਜਾਂਦਾ ਹੈ। ਇਸ ਕਰਕੇ ਉਹ ਕਿਰਤ ਦੇ ਵਿੱਚ ਪੈ ਗਿਆ, ਉਹ ਹੀ ਕਮਾਈ ਜਾਂਦਾ, ਮੁੜ ਮੁੜ ਕੇ ਉਹ ਸੁਭਾਅ ਪੱਕ ਜਾਂਦਾ ਹੈ ਮਨੁੱਖ ਦਾ, ਔਰ ਕੋਈ ਉਹਨੂੰ ਮੇਟਣ ਵਾਲਾ ਵੀ ਨਹੀਂ ਪੂਰੇ ਸਤਿਗੁਰਾਂ ਤੋਂ ਬਿਨਾਂ। ਪੌੜੀ। ਜੇ ਪ੍ਰਭ ਸਲਾਹੇ ਆਪਣਾ, ਸੋ ਸੋਭਾ ਪਾਏ। ਪਰ ਜਿਹੜੇ ਆਪਣੇ ਪ੍ਰਭੂ ਦੀ ਸਿਫਤ ਕਰਦੇ ਹਨ, ਸ਼ਲਾਘਾ ਕਰਦੇ ਹਨ, ਉਪਮਾ ਕਰਦੇ ਹਨ, ਉਹ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਹਨ ਉਹ ਸ਼ੋਭਾ ਪਾਉਂਦੇ ਉਹਦੇ ਦਰ ਤੇ। ਹਉਮੈ ਵਿੱਚ ਹੋ ਦੂਰ ਕਰ, ਸੱਚ ਮਨ ਵਸਾਏ। ਅੰਦਰੋਂ ਹਉਮੈ ਨੂੰ ਦੂਰ ਕਰਕੇ ਸੱਚ ਨੂੰ ਅੰਦਰ ਵਸਾਉਂਦੇ ਨੇ ਤੇ ਹਉਮੈ ਦੂਰ ਹੋ ਜਾਂਦੀ ਆਪਣੇ ਆਪ। ਸੱਚ ਬਾਣੀ ਗੁਣ ਉਚਰੈ, ਸੱਚਾ ਸੁਖ ਪਾਏ। ਇਸ ਤਰ੍ਹਾਂ ਸੱਚਾ ਨਾਮ ਉਚਾਰਨ ਕਰਦੇ ਨੇ, ਸੱਚੀ ਬਾਣੀ ਦੇ ਰਾਹੀਂ ਗੁਣ ਉਚਾਰਨ ਕਰਦੇ ਨੇ ਔਰ ਸੱਚੇ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ। ਮੇਲ ਭਇਆ ਚਰੀ ਵਿਛੁੰਨਿਆ, ਗੁਰਪੁਰਖ ਮਿਲਾਏ। ਇਸ ਤਰ੍ਹਾਂ ਗੁਰੂ ਪੁਰਖ ਜੋ ਸਮਾਇਆ ਹੋਇਆ ਹੈ, ਚਿਰੀ ਵਿਛੁੰਨਿਆ, ਬੜੇ ਚਿਰ ਦੀ ਸੁਰਤੀ ਭਟਕਦੀ ਫਿਰਦੀ ਸੀ, ਪਰਤ ਕੇ ਅੰਤਰਮੁਖੀ ਹੋ ਗਈ, ਸ਼ਬਦ ਵਿੱਚ ਮਿਲ ਕੇ ਮਿਲਾਪ ਹੋਇਆ ਬੜੇ ਚਿਰ ਬਾਅਦ। ਮਨ ਮੈਲਾ ਇਵ ਸੁਧ ਹੈ, ਹਰ ਨਾਮ ਧਿਆਏ। ਮਨ, ਇਹ ਮੈਲੇ ਮਨ ਦੇ ਵਿੱਚ ਜਿਹੜੀ ਮੈਲ ਹੈ, ਕਿਵੇਂ ਇਹ ਪਵਿੱਤਰ ਹੋਵੇ, ਕਿਹੜਾ ਤਰੀਕਾ ਹੈ? ਕਹਿਣ ਲੱਗੇ ਹਰੀ ਦਾ ਨਾਮ ਧਿਆ ਕੇ। ਸ਼ਲੋਕ ਮਹੱਲਾ ਪਹਿਲਾ। ਕਾਇਆ ਕੋਮਲ ਫੁੱਲ ਗੁਣ, ਨਾਨਕ ਗੁਪਤ ਸਮਾਲ। ਕਹਿੰਦੇ ਹਨ ਕਾਇਆ ਨੂੰ, ਇਹ ਕਾਇਆ ਰੂਪੀ ਜਿਹੜਾ ਬੂਟਾ ਹੈ, ਕਾਇਆ ਕੋਮਲ ਫੁੱਲ ਗੁਣ, ਇਹਨੂੰ ਜੇ ਜਿਹੜੀਆਂ ਟਹਿਣੀਆਂ ਲੱਗ ਜਾਣ, ਕੋਮਲਤਾ ਦੀਆਂ, ਨਿਮਰਤਾ ਦੇ ਫੁੱਲ ਲੱਗ ਜਾਣ, ਗੁਣਾਂ ਦੇ, ਸਤ ਸੰਤੋਖ ਧਰਮ ਦਇਆ ਆਦਿਕ ਦੇ ਫੁੱਲ ਲੱਗ ਜਾਣ
ਔਰ ਮਹਾਰਾਜ ਕਹਿੰਦੇ ਗੁਪ ਸੰਭਾਲ। ਜੇ ਇਹਨਾਂ ਨੂੰ ਇਸ ਸਾਧ ਸੰਗਤ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁੰਦ ਲਈਏ ਅਕਾਲ ਪੁਰਖ ਦੇ ਅੱਗੇ ਭੇਟ ਕਰਨ ਵਾਸਤੇ। ਇੰਨੀ ਫੁੱਲੀ ਰਉ ਕਰੇ ਅਵਰ ਕੇ ਚੁਣੀਏ ਡਾਲ। ਮਹਾਰਾਜ ਕਹਿੰਦੇ ਜੇ ਇਹਨਾਂ ਫੁੱਲਾਂ ਦੇ ਨਾਲ ਵਾਹਿਗੁਰੂ ਦੀ ਪੂਜਾ ਕੀਤੀ ਜਾਏ, ਜੇ ਇਹਨਾਂ ਫੁੱਲਾਂ ਦੁਆਰਾ ਉਹਦੀ ਜਿਹੜੀ ਉਪਮਾ ਕੀਤੀ ਜਾਏ, ਗੁਣ ਹੋਣ, ਕੋਮਲਤਾ ਹੋਵੇ, ਅੰਦਰ ਨਿਮਰਤਾ ਹੋਵੇ, ਤੇ ਇਹ ਮਾਲਾ ਬਣਾ ਕੇ ਜੇ ਦੇ ਦਈਏ ਫਿਰ ਹੋਰ ਕਿਸੇ ਚੀਜ਼ ਦੀ ਲੋੜ ਕੀ ਹੈ। ਮਹੱਲਾ ਦੂਜਾ। ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ। ਗਰੀਬ ਨਵਾਜ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਕਹਿਣ ਲੱਗੇ ਉਹਨਾਂ ਦੇ ਜੀਵਨ ਵਿੱਚ ਬਸੰਤ ਹੈ ਜਿਨ੍ਹਾਂ ਦੇ ਘਰ ਵਿੱਚ ਸੱਚਾ ਪਾਤਸ਼ਾਹ ਆਣ ਵਸਿਆ ਵਾਹਿਗੁਰੂ। ਜਿਨ ਕੇ ਕੰਤ ਦਿਸਾ ਪੁਰੀ ਸੇ ਅਹਨਿਸ ਫਿਰੇ ਜਲੰਤ। ਜਿਨ੍ਹਾਂ ਦੇ ਕੰਤਪਤੀ ਦਿਸ਼ਾਪੁਰੀ ਹਨ, ਭਾਵ ਜਿਹੜੇ ਰੱਬ ਨੂੰ ਕਈ ਦਿਸ਼ਾਵਾਂ ਵਿੱਚ ਮੰਨਦੇ ਹਨ, ਉਹ ਦਿਨ ਰਾਤ ਇਸ ਤਰ੍ਹਾਂ ਸੜਦੇ ਬਲਦੇ ਫਿਰਦੇ ਤ੍ਰਿਸ਼ਨਾ ਦੇ ਅੰਦਰ। ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ। ਆਪੇ ਬਖਸ਼ ਦਿੰਦਾ ਗੁਰੂ ਕੇ ਬਚਨਾਂ ਦੁਆਰਾ, ਗੁਰੂ ਦੁਆਰਾ ਕਿਰਪਾ ਕਰ ਦਿੰਦਾ ਸੱਚੇ ਪਾਤਸ਼ਾਹ, ਆਪਣੇ ਸਿੱਖਾਂ ਨੂੰ ਬਖਸ਼ ਦਿੰਦਾ ਹੈ। ਅਨ ਦਿਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ। ਇਸ ਤਰ੍ਹਾਂ ਜਿਹਨੇ ਅਨ ਦਿਨ ਸੇਵੀ ਗੁਣ ਰਵਾਂ, ਇਹ ਇੱਛਾ ਹੁੰਦੀ ਹੈ ਗੁਰਸਿੱਖਾਂ ਦੀ ਕਿ ਦਿਨ ਰਾਤ ਉਹਦੀ ਸੇਵਾ ਕਰਦਾ ਰਵਾਂ, ਉਹਦੇ ਗੁਣ ਜਿਹੜੇ ਨੇ ਰਵਾਂ ਅੰਦਰ ਧਾਰਨ ਕਰ ਲਾਂ। ਮਨ ਸੱਚੈ ਰਚਨੀ, ਮਨ ਦੇ ਵਿੱਚ ਸੱਚੇ ਨਾਮ ਦੀ ਰਚਨਾ ਰਚੀ ਜਾਏ। ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਨੀ। ਮੇਰਾ ਪ੍ਰਭੂ ਜਿਹੜਾ ਉਹ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ, ਅੱਜ ਤੱਕ ਕਿਸੇ ਨੇ ਉਹਦਾ ਅੰਤ ਨਹੀਂ ਪਾਇਆ। ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ। ਇਸ ਤਰ੍ਹਾਂ ਪੂਰੇ ਸਤਿਗੁਰੂ ਜੀ ਦੀ ਚਰਨੀ ਲੱਗ ਕੇ, ਚਰਨਾਂ ਦੇ ਵਿੱਚ ਜੁੜ ਕੇ ਕਹਿਣ ਲੱਗੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਇਹ ਹਰ ਨਾਮ ਨਿਤ ਜਪਣੀ। ਗੁਰੂ ਕੇ ਸਿੱਖ ਹਰ ਰੋਜ਼ ਨਿਤ ਹੀ ਨਾਮ ਜਪਦੇ ਹਨ। ਜੋ ਇੱਛਾ ਸੋ ਫਲ ਪਾਏ ਸੀ ਸਭ ਘਰੇ ਵਿੱਚ ਜਚਨੀ। ਇਸ ਤਰ੍ਹਾਂ ਨਾਮ ਜਪ ਕੇ ਜੋ ਇੱਛਾ ਸੀ ਉਹ ਫਲ ਪ੍ਰਾਪਤ ਹੋ ਜਾਂਦਾ ਹੈ। ਫਲ ਪ੍ਰਾਪਤੀ ਕਰ ਲੈਂਦੇ ਗੁਰੂ ਕੇ ਸਿੱਖ। ਔਰ ਸਭ ਘਰੇ ਵਿੱਚ ਜਚਨੀ, ਘਰ ਹਿਰਦੇ ਦੇ ਅੰਦਰ ਇਹ ਸਾਰਾ ਜਚ ਜਾਂਦਾ ਹੈ, ਸ਼ੋਭਾ ਸਹਿਤ ਹੋ ਜਾਂਦਾ ਹੈ। ਸ਼ਲੋਕ ਮਹੱਲਾ ਪਹਿਲਾ। ਪਹਿਲ ਬਸੰਤ ਆਗਮਨ ਪਹਿਲਾ ਮੋਲਿਓ ਸੋਏ। ਸਭ ਤੋਂ ਪਹਿਲਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਬਸੰਤ ਭਾਵੇਂ ਕਿੰਨੇ ਚਿਰ ਦੀ ਆਉਂਦੀ ਹੈ, ਪਰ ਸਭ ਤੋਂ ਪਹਿਲਾਂ ਜਿਹੜੀ ਬਸੰਤ ਦਾ ਆਗਮਨ ਸੀ, ਪਰਮਾਤਮਾ ਸਭ ਤੋਂ ਪਹਿਲਾਂ ਉਹਦੇ ਉੱਤੇ ਬਸੰਤ ਪਹਿਲੇ ਹੈ ਸੀ। ਉਹ ਬਿਨਾਂ ਬਸੰਤ ਦੀ ਰੁੱਤ ਆਉਣ ਤੋਂ ਬਿਨਾਂ ਵੀ ਖਿੜੇ ਰਹਿੰਦਾ ਹੈ। ਸਭ ਤੋਂ ਪਹਿਲਾਂ ਉਹਨੂੰ ਖੇੜਾ ਹੈ। ਜਿਤ ਮੌਲਿਆ ਸਭ ਮੌਲੀਐ ਤਿਸਹਿ ਨ ਮੌਲਿਓ ਕੋਏ। ਜਿਹਦੇ ਹਰੇ ਭਰੇ ਹੋਣ ਕਰਕੇ, ਜਿਹਦੀ ਜੋਤ ਦੀ ਸਤਿਆ ਹੋਣ ਕਰਕੇ ਸਭ ਮੌਲੀਐ, ਸਾਰੇ ਬਸੰਤਾਂ ਆਉਂਦੀਆਂ ਨੇ, ਫੁੱਲ ਖਿੜਦੇ ਨੇ, ਬਨਸਪਤੀ ਖਿੜਦੀ ਹੈ, ਪਰ ਉਸ ਵਾਹਿਗੁਰੂ ਨੂੰ ਹਰਾ ਕਰਨ ਵਾਲਾ ਕੋਈ ਨਹੀਂ ਹੈ। ਮਹੱਲਾ ਦੂਜਾ। ਪਹਿਲ ਬਸੰਤ ਆਗਮਨ ਤਿਸ ਕਾ ਕਰੋ ਵਿਚਾਰ। ਪਹਿਲਾਂ ਹੀ ਜਿਹਦੇ ਉੱਤੇ ਬਸੰਤ ਆਈ ਹੋਈ ਸੀ, ਇਹ ਬਸੰਤ ਰੁੱਤ ਆਉਣ ਤੋਂ ਪਹਿਲੇ ਜਿਹਦੇ ਤੇ ਫੁੱਲ ਛਾਏ ਹੋਏ ਸਨ ਨਾਮ ਦੇ, ਕਹਿਣ ਲੱਗੇ ਆਗਮਨ ਸੀ ਬਸੰਤ ਦਾ, ਉਹਦਾ ਵਿਚਾਰ ਕਰੀਏ, ਸੱਚੇ ਪਾਤਸ਼ਾਹ ਦੇ ਪਿਆਰ ਦਾ। ਨਾਨਕ ਸੋਸਾ ਲਾਹੀਐ ਜੇ ਸਭ ਸਹਿ ਦੇ ਆਧਾਰ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਸਲਾਹੀਏ, ਉਹਦੀ ਸਲਾਹਤਾ ਕਰੀਏ ਜੇ ਸਾਰਿਆਂ ਦਾ ਆਸਰਾ ਹੈ ਵਾਹਿਗੁਰੂ। ਮਹੱਲਾ ਦੂਜਾ। ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ। ਇਕੱਲੀਆਂ ਕਹਿਣ ਲੱਗੇ ਮਿਲਿਆ ਮਿਲਿਆ, ਇਕੱਲਾ ਇਹ ਕਹਿਣ ਨਾਲ ਵੀ ਮੈਨੂੰ ਮਿਲ ਗਿਆ, ਪਰਮਾਤਮਾ ਮਿਲ ਗਿਆ, ਕੋਈ ਨਹੀਂ ਮਿਲਦਾ। ਅਸਲ ਵਿੱਚ ਜੇ ਕੋਈ ਅੰਦਰੋਂ ਮਿਲ ਜਾਏ ਸੱਚੀ ਮੁੱਚੀ, ਮਤਲਬ ਪੂਰੀ ਤਰ੍ਹਾਂ ਇੱਕ ਰੂਪ ਹੋ ਜਾਏ, ਉਹਨੂੰ ਹੀ ਆਪਾਂ ਕਹਿ ਸਕਦੇ ਹਾਂ ਕਿ ਮਿਲ ਗਿਆ ਹੈ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਅੰਤਰ ਆਤਮੇ ਤਲ ਦੇ ਉੱਤੇ, ਅੰਦਰਲੇ ਤਲ ਤੇ ਜੇ ਕੋਈ ਮਿਲੇ, ਅਸਲ ਵਿੱਚ ਉਹ ਮਿਲਿਆ ਜਾਣੋ। ਪੌੜੀ ਹਰ ਹਰ ਨਾਮ ਸਲਾਹੀਐ ਸਚ ਕਾਰ ਕਮਾਵੇ। ਇਸ ਤਰ੍ਹਾਂ ਗੁਰੂ ਕਾ ਸਿੱਖ ਹਰੀ ਦਾ ਨਾਮ ਸਲਾਹੁੰਦਾ ਹੈ, ਹਰਾ ਭਰਾ ਕਰਨ ਵਾਲਾ ਜਿਹੜਾ ਨਾਮ ਹੈ, ਔਰ ਸੱਚੇ ਨਾਮ ਦੀ ਕਾਰ ਇਹ ਕਾਰੋਬਾਰ ਕਰਦਾ ਹੈ। ਦੂਜੀ ਕਾਰ ਲੱਗਿਆ ਫਿਰ ਜੋਨੀ ਪਾਵੇ। ਜੇ ਦੂਜੀ ਕਾਰ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਨਾਮ ਨੂੰ ਛੱਡ ਕੇ ਸੰਸਾਰ ਦੇ ਇਕੱਲੇ ਧੰਦਿਆਂ ਦੇ ਵਿੱਚ ਪਰਤ ਕੇ ਜੋਨੀ ਵਿੱਚ ਫਸਦੇ ਹਨ। ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ। ਇਸ ਤਰ੍ਹਾਂ ਨਾਮ ਵਿੱਚ ਰੰਗੇ ਜਾ ਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ,
ਔਰ ਨਾਮ ਦੁਆਰਾ ਹੀ ਗੁਣ ਗਾਏ ਜਾਂਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਦੇ। ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ। ਗੁਰੂ ਕੇ ਸ਼ਬਦ ਦੇ ਨਾਲ ਸਲੋਤਾ ਕਰਕੇ, ਉਹਦੀ ਸਿਫਤ ਸਲਾਹ ਕਰਕੇ ਹਰੀ ਦੇ ਨਾਮ ਵਿੱਚ ਸਮਾ ਜਾਂਦੇ ਨੇ ਗੁਰਸਿੱਖ। ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ। ਇਸ ਤਰ੍ਹਾਂ ਪੂਰੇ ਸਤਿਗੁਰੂ ਜੀ ਦੀ ਸੇਵਾ, ਹੁਕਮ ਮੰਨਣਾ ਸਫਲ ਹੈ, ਸਿਮਰਨ ਕਰਨਾ ਸਫਲ ਹੈ। ਸੇਵਾ ਤੋਂ ਹੀ, ਹੁਕਮ ਮੰਨਣ ਤੋਂ ਹੀ ਫਲ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ। ਮਹਾਰਾਜ ਕਹਿੰਦੇ ਨੇ ਇੱਥੇ ਓਟ ਹੈ, ਜਿਹੜੇ ਗੁਰਮੁਖ ਨੇ, ਗੁਰਸਿੱਖ ਨੇ, ਉਹਨਾਂ ਦੀ ਇੱਕੋ ਵਾਹਿਗੁਰੂ ਦੇ ਉੱਤੇ ਓਟ ਹੈ। ਕਹਿਣ ਲੱਗੇ ਕਿਸ ਹੀ ਕੋਈ, ਕਿਸੇ ਦਾ ਕੋਈ ਆਸਰਾ ਹੈ, ਕਿਸੇ ਦਾ ਕੋਈ ਆਸਰਾ ਹੈ, ਪਰ ਸੱਚੇ ਪਾਤਸ਼ਾਹ ਮੰਝ ਨਿਮਾਣੀ, ਮੈਨੂੰ ਕਮਜ਼ੋਰ ਜੀ ਨੂੰ ਇੱਕ ਤੂੰ, ਇੱਕ ਤੇਰਾ ਹੀ ਆਸਰਾ ਹੈ ਜੀ। ਕਿਉ ਨਾ ਮਰੀਜੈ ਰੋਏ ਜਾ ਲਗ ਚਿਤ ਨਾ ਆਵਹੀ। ਕਹਿਣ ਲੱਗੇ ਜੇ ਤੂੰ ਚਿਤ ਨਾ ਆਵੇ ਤੇ ਮੈਂ ਰੋ ਕੇ ਕਿਉਂ ਨਾ ਮਰ ਜਾ। ਭਾਵ ਮੈਨੂੰ ਰੋ ਕੇ ਮਰ ਜਾਣਾ ਚਾਹੀਦਾ ਜਿੰਨਾ ਚਿਰ ਤੂੰ ਭੁੱਲਦਾ ਹੈ। ਮਹੱਲਾ ਦੂਜਾ। ਜਾ ਸੁਖ ਤਾ ਸਹੁਰਾਵਿਓ ਦੁਖ ਪੀ ਸੰਭਾਲੇ ਹੋਏ। ਗਰੀਬ ਨਵਾਜ ਦੂਜੇ ਪਾਤਸ਼ਾਹ ਜੀ ਕਹਿੰਦੇ ਹੈ ਭਾਈ ਗੁਰੂ ਕੇ ਸਿੱਖੋ, ਜਿੰਨਾ ਚਿਰ ਸੁਖ ਹੈ ਉਹਨਾਂ ਚਿਰ ਰਾਵਿਓ, ਉਹਨਾਂ ਚਿਰ ਉਹਦੇ ਨਾਲ ਉਦੋਂ ਵੀ ਜੁੜੇ ਰਹੀਏ, ਤੇ ਜਦੋਂ ਦੁੱਖ ਆਵੇ ਉਦੋਂ ਵੀ ਉਹਦਾ ਸਿਮਰਨ ਕਰੀਏ। ਨਾਨਕ ਕਹੈ ਸਿਆਣੀਏ ਇਹੋ ਕੰਤ ਮਿਲਾਵਾ ਹੋਏ। ਗਰੀਬ ਨਵਾਜ ਜੀ ਕਹਿੰਦੇ ਹਨ, ਹੇ ਸਿਆਣੀਏ, ਹੇ ਗੁਰਮੁਖ ਪਿਆਰਿਆ, ਇਸ ਤਰ੍ਹਾਂ ਕੰਤ ਨੂੰ ਮਿਲੀਦਾ ਹੈ ਪਰਮੇਸ਼ਰ ਸੱਚੇ ਪਾਤਸ਼ਾਹ ਜੀ ਨੂੰ। ਪੌੜੀ ਹਉ ਕਿਆਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ। ਗਰੀਬ ਨਵਾਜ ਜੀ ਕਹਿੰਦੇ ਮੈਂ ਛੋਟਾ ਜਿਹਾ ਹਾਂ, ਬਿਲਕੁਲ ਕੀੜਾ ਜਿਹਾ ਜੰਤ, ਕਿਰਮ ਜੰਤ, ਤੇਰੀ ਵਡਿਆਈ ਤਾਂ ਬਹੁਤ ਵੱਡੀ ਹੈ, ਕਿਵੇਂ ਕਰ ਸਕਦਾ ਹਾਂ। ਤੂੰ ਅਗਮ ਦਇਆਲ ਅਗੰਮ ਹੈ ਆਪ ਲਹੇ ਮਿਲਾਈ। ਤੂੰ ਆਪ ਅਗੰਮ ਹੈ, ਦਿਆਲੂ ਹੈ, ਸੱਚੇ ਪਾਤਸ਼ਾਹ ਬੇਪਰਵਾਹ ਹੈ, ਆਪ ਹੀ ਕਿਰਪਾ ਕਰਕੇ ਮਿਲਾ ਲੈਂਦਾ ਆਪਣੇ ਅੰਦਰ। ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ। ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਦੋਸਤ ਨਹੀਂ, ਬੇਲੀ ਨਹੀਂ, ਤੂੰ ਅੰਤ ਵੇਲੇ ਸਖਾ ਬਣਦਾ, ਮਿੱਤਰ ਬਣ ਜਾਂਦਾ ਹੈ। ਜੋ ਤੇਰੀ ਸ਼ਰਨਾਗਤੀ ਤਿਨ ਲਹੇ ਛਡਾਏ। ਜਿਹੜੇ ਤੇਰੀ ਸ਼ਰਨ ਵਿੱਚ ਪੈਂਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਛਡਾ ਲੈਂਦਾ ਹੈ ਜਮਾ ਕੋਲੋਂ। ਨਾਨਕ ਵੇ ਪਰਵਾਹੋ ਹੈ ਤਿਸ ਤਿਲ ਨਾ ਤਮਾਈ। ਗਰੀਬ ਨਵਾਜ ਕਹਿੰਦੇ ਨੇ ਬੇਪਰਵਾਹ ਹੈ ਮੇਰਾ ਸੱਚਾ ਪਾਤਸ਼ਾਹ, ਜਿਹਨੂੰ ਤਿਲ ਜਿੰਨੀ ਵੀ ਤਮਾ ਨਹੀਂ, ਪ੍ਰਵਾਹ ਨਹੀਂ ਕਰਦਾ ਕਿਸੇ ਦੀ। ਰਾਗ ਸੋਹੀ ਬਾਣੀ ਸ਼੍ਰੀ ਕਬੀਰ ਜੀਓ ਤਥਾ ਸਭਨਾ ਭਗਤਾ ਕੀ। ਕਬੀਰ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਤੋਂ ਅੱਗੇ ਬਾਣੀ ਕਬੀਰ ਸਾਹਿਬ ਦੀ ਸ਼ੁਰੂ ਹੁੰਦੀ ਹੈ, ਤਥਾ ਹੋਰ ਭਗਤਾਂ ਦੀ, ਹੋਰ ਕਈ ਭਗਤ ਰਵਿਦਾਸ ਜੀ ਦੀ, ਤੇ ਇਸ ਤਰ੍ਹਾਂ ਦੂਸਰੇ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਤੇ ਇੱਕ ਓੰਕਾਰ ਜੋ ਸਰਵ ਵਿਆਪਕ ਧੁਨੀ ਸਰੂਪ ਸਰਵ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਅਵਤਰ ਆਏ ਕਹਾ ਤੁਮ ਕੀ ਨਾਮ। ਭਗਤ ਕਬੀਰ ਸਾਹਿਬ ਜੀ ਕਹਿੰਦੇ ਆ, ਮਨੁੱਖ ਇੱਥੇ ਜਨਮ ਲੈ ਕੇ ਅਵਤਰ ਆਏ, ਕੀ ਕੀਤਾ ਤੂੰ ਸਾਰੀ ਜ਼ਿੰਦਗੀ ਵਿੱਚ, ਦੱਸ ਕਿਹੜਾ ਕੰਮ ਕਰਦੇ ਨੇ, ਖਾਣ ਪੀਣ ਸੌਣ ਤੋਂ ਬਿਨਾ ਹੋਰ ਕੋਈ ਕੰਮ ਵੀ ਕੀਤਾ ਕਿ ਨਹੀਂ। ਰਾਮ ਕੋ ਨਾਮ ਨ ਕਬਹੂ ਲੀਨਾ। ਕਦੀ ਭੁੱਲ ਕੇ ਵੀ ਮੂੰਹ ਤੋਂ ਨਾਮ ਨਹੀਂ ਜਪਿਆ, ਨਿਤਨੇਮ ਨਹੀਂ ਕੀਤਾ ਤੂੰ। ਰਾਮ ਨ ਜਪੋ ਕਵਨ ਮਤ ਲਾਗੇ। ਕਿਹੜੀ ਮਤ ਪਿੱਛੇ ਲੱਗੇ ਹੋਏ ਹੋ, ਰਾਮ ਦਾ ਨਾਮ ਕਿਉਂ ਨਹੀਂ ਜਪਦੇ ਸੱਚੇ ਪਾਤਸ਼ਾਹ ਦਾ। ਮਰ ਜਾਇਬੇ ਕੋ ਕਿਆ ਕਰਹੁ ਭਾਗੇ ਰਹਾਉ। ਮਰ ਜਾਵੇ, ਜਦੋਂ ਮਰ ਗਏ, ਜਦੋਂ ਮਰੇ ਉਦੋਂ ਕੀ ਕਰੋਗੇ, ਉਹਦੇ ਵਾਸਤੇ ਕੋਈ ਤਿਆਰੀ ਕੀਤੀ ਹੈ ਕਿ ਨਹੀਂ। ਅਭਾਗੇ ਹੈ ਅਭਾਗੇ ਮਨੁੱਖ, ਦੁੱਖ ਸੁਖ ਕਰਕੇ ਕੁਟੰਬ ਜੀਵਾਇਆ। ਇਸ ਤਰ੍ਹਾਂ ਦੁੱਖ ਸੁਖ ਕਰਦਿਆਂ, ਭੱਜ ਦੌੜ ਕਰਦਿਆਂ ਧੰਦੇ ਵਿੱਚ ਕੁਟੰਬ ਨੂੰ ਖਵਾਈ ਪਿਆਈ ਜਾਂਦਾ ਹੈ ਸਿਰਫ। ਮਰਤੀ ਬਾਰ ਇੱਕ ਸਰ ਦੁੱਖ ਪਾਇਆ। ਪਰ ਮਰਤੀ ਜਦੋਂ ਤੂੰ ਮਰ ਗਿਆ ਤੇ ਉਹਦੇ ਤੋਂ ਬਾਅਦ ਤੇ ਇੱਕ ਸਰ ਤੂੰ ਇਕੱਲੇ ਨਹੀਂ ਦੁੱਖ ਪਾਉਣਾ, ਜਿਹੜੇ ਧੋਖੇ ਕਰ ਕਰਕੇ ਪਰਿਵਾਰ ਨੂੰ ਇਕੱਠੀ ਕਰਕੇ ਦੇਈ ਜਾਂਦਾ ਹੈ। ਕੰਠ ਗਹਨ ਤਬ ਕਰਨ ਪੁਕਾਰਾ। ਜਦੋਂ ਕੰਠ ਗਹਨ, ਕੰਠ ਗਲੇ ਤੋਂ ਫੜ ਲਿਆ ਜਮਾ ਦੂਤਾਂ ਨੇ ਆ ਕੇ, ਤੇ ਫਿਰ ਕਰਨ ਪੁਕਾਰਾ, ਫਿਰ ਪੁਕਾਰ ਕਰੇਗਾ ਬਚਾਉਣ ਵਾਸਤੇ। ਕਹੇ ਕਬੀਰ ਆਗੇ ਤੇ ਨਾ ਸੰਭਾਰਾ। ਪਰ ਕਬੀਰ ਸਾਹਿਬ ਕਹਿੰਦੇ ਨੇ ਅੱਗੇ ਤੋਂ ਪਹਿਲਾਂ ਤੂੰ ਕਿਉਂ ਨਹੀਂ ਸਿਮਰਨ ਕਰਦਾ, ਪਹਿਲਾਂ ਤੂੰ ਕਿਉਂ ਨਹੀਂ ਬੰਦਗੀ ਕਰਦਾ, ਤਾਂ ਕਿ ਪਹਿਲਾਂ ਹੀ ਕਾਰਜ ਸ਼ੁੱਧ ਹੋ ਜਾਏ। ਸੂਹੀ ਕਬੀਰ ਜੀ ਠਰ ਹਰ ਕੰਪੈ ਬਾਲਾ ਜੀਓ। ਇਹ ਜਿਹੜਾ ਜੀਵਨ ਹੈ ਇਹ ਉਸ ਗੁਰਮੁਖ ਦੀ ਅਵਸਥਾ ਹੈ ਜਿਹਨੂੰ ਗਿਆਨ ਆ ਗਿਆ, ਹੋਸ਼ ਆ ਗਈ, ਦੂਜੇ ਤੇ ਸੁੱਤੇ ਹੀ ਪਏ ਨੇ, ਜਾਗ ਆ ਗਈ। ਕਹਿੰਦੇ ਜਿੰਦ ਜਿਹੜੀ ਕੰਬਦੀ ਹੈ, ਬਾਲਾ ਜੀਓ,
ਇਹ ਭਾਵ ਅਜੇ ਜਵਾਨੀ ਨਹੀਂ ਆਈ, ਵੱਡੇ ਤੇ ਕੰਮ ਨਹੀਂ ਕੀਤਾ ਪੂਰਾ, ਜੀਵਨ ਥਰ ਥਰ ਕੰਬਦਾ ਹੈ। ਨਾ ਜਾਣੋ ਕਿਆ ਕਰਸੀ ਪੀਓ। ਕੁਝ ਨਹੀਂ ਜਾਣਦੀ ਕਿ ਪੀਓ ਪਰਮਾਤਮਾ ਕੀ ਕਰੇਗਾ ਅੱਗੇ ਮੇਰੇ ਨਾਲ, ਕਿਉਂਕਿ ਗੁਣ ਕੋਈ ਨਹੀਂ ਹੈ, ਚੰਗਾ ਕੰਮ ਨਹੀਂ ਕੀਤਾ ਕੋਈ। ਰਹਿਣ ਗਈ ਮਤ ਦਿਨ ਪੀ ਜਾਏ। ਰਹਿਣ ਤਾਂ ਚਲੀ ਗਈ ਹੈ, ਭਾਵ ਕਾਲੀ ਰਾਤ, ਭਾਵ ਕਾਲੇ ਵਾਲ ਤਾਂ ਖਤਮ ਹੋ ਗਏ ਨੇ, ਹੁਣ ਤਾਂ ਦਿਨ ਪੀ ਜਾਏ। ਕਿਤੇ ਬੁਢੇਪਾ ਵੀ ਚਿੱਟੇ ਵਾਲਾਂ ਵਾਲਾ ਟਾਈਮ ਵੀ ਇਸੇ ਤਰ੍ਹਾਂ ਹੀ ਗਵਾ ਲਈਏ। ਭਵਰ ਗਏ ਬਗ ਬੈਠੇ ਆਏ ਰਹਾਓ। ਭੌਰ ਚਲੇ ਗਏ, ਭੌਰ ਭਾਵ ਕਾਲੇ ਵਾਲ ਤਾਂ ਹੁਣ ਖਤਮ ਹੋ ਗਏ, ਤੇ ਬਗ ਬੈਠੇ ਚਿੱਟੇ ਰੰਗ ਦੇ ਬਗਲੇ ਚਿੱਟੇ ਵਾਲ ਆ ਬੈਠੇ ਹਨ। ਕਾਚੈ ਕਰਵੈ ਰਹੇ ਨ ਪਾਣੀ। ਇਹ ਤਾਂ ਕਦੀ ਸੋਚੀ ਨਹੀਂ ਸੀ ਵੀ ਸਰੀਰ ਕੱਚੇ ਘੜੇ ਵਰਗਾ ਹੈ, ਇਹਦੇ ਵਿੱਚ ਪਾਣੀ ਨਹੀਂ ਰਹਿਣਾ, ਭਾਵ ਇਹਦੇ 'ਚ ਕਿੰਨਾ ਕੁ ਚਿਰ ਜਿੰਦ ਰਹੇਗੀ। ਹੰਸ ਚੱਲਿਆ ਕਾਇਆ ਕੁਮਲਾਨੀ। ਜਿੱਦਣ ਇਹਦੇ ਵਿੱਚੋਂ ਹੰਸ ਨਿਕਲ ਗਿਆ, ਕਾਇਆ ਨੇ ਕੁਮਲਾ ਜਾਣਾ, ਡਿੱਗ ਪੈਣਾ ਹੈ। ਕੁਆਰ ਕੰਨਿਆ ਜੈਸੇ ਕਰਤ ਸੀ ਗਾਰਾ। ਜਿਵੇਂ ਕੋਈ ਕੁਆਰੀ ਕੰਨਿਆ ਸਰੀਰ ਤੇ ਇੱਕ ਵਿਆਹੀ ਹੋਈ ਵਾਲਾ ਸ਼ਿੰਗਾਰ ਕਰਕੇ ਬੈਠ ਜਾਵੇ। ਕਿਉ ਰਲੀਆ ਮਾਨੈ ਬਾਜ ਪਤਾਰਾ। ਪਰ ਜਿੰਨਾ ਚਿਰ ਉਹਦਾ ਪਤੀ ਨਹੀਂ ਤੇ ਵਿਆਹੀ ਨਹੀਂ ਹੋਈ, ਕਹਿਣ ਲੱਗੇ ਰੰਗ ਰਲੀਆਂ ਕਿਵੇਂ ਮਾਣੇਗੀ, ਭੋਗ ਕਿਵੇਂ ਮਾਣ ਸਕਦੀ ਹੈ ਬਿਨਾਂ ਪਤੀ ਤੋਂ। ਕਾਗ ਉਡਾਵਤ ਪੁਜਾ ਪਿਰਾਨੀ। ਇਹ ਕਾਗ ਉਡਾਵਤ ਪੁਜਾ ਪਿਰਾਨੀ, ਭਾਵ ਇਹ ਪੂਜਾ ਥੱਕ ਗਈ ਹੈ ਕਾਂ ਉਡਾਉਂਦਿਆਂ ਵੀ ਕਦੋਂ ਤੂੰ ਆਵੇਂਗਾ ਸੱਚੇ ਪਾਤਸ਼ਾਹ, ਕਦੋਂ ਮਿਲੇਗਾ। ਜਿਵੇਂ ਕਾਵਾਂ ਨੂੰ ਉਡਾਉਂਦੇ ਸੀ ਵੀ ਉੱਡ ਕਾਵਾਂ ਤੂੰ ਸਿਨਿਆ ਲੈ ਕੇ ਆਏ, ਉਹ ਗੱਲ ਕਹੀ ਹੈ। ਕਹਿੰਦੇ ਬਾਹਾਂ ਥੱਕ ਗਈਆਂ ਹਨ। ਕਹੇ ਕਬੀਰ ਇਹ ਕਥਾ ਸਿਰਾਨੀ। ਇਹ ਕਥਾ ਕਹਿੰਦੇ ਇੰਜ ਲੱਗਦੀ ਵੀ ਸਰਾਨੀ ਹੋ ਗਈ, ਲੰਘ ਹੀ ਗਈ ਇਹ ਜੀਵਨ ਜ਼ਿੰਦਗੀ, ਇਸੇ ਤਰ੍ਹਾਂ ਹੀ ਗੁਜ਼ਰ ਗਈ ਤੇਰੇ ਪਿਆਰ ਤੋਂ ਬਿਨਾ। ਸੂਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇ ਨਾਮ। ਇੱਥੇ ਜੋ ਜੀਵਨ ਦੇ ਵਿੱਚ ਕੰਮ ਕੀਤੇ ਹਨ, ਇੱਥੇ ਅਮਲ ਸਿਰਾਨੋ, ਜੋ ਸਿਰਾਨੋ ਜੋ ਗੁਜ਼ਰਿਆ ਹੈ ਸਮਾਂ, ਉਹਦੇ ਵਿੱਚ ਜਿਹੜੇ ਅਮਲ ਕੀਤੇ ਹਨ ਉਹਦਾ ਲੇਖਾ ਦੇਣਾ ਪੈਣਾ ਹੈ ਤੈਨੂੰ। ਆਏ ਕਠਿਨ ਦੂਤ ਜਮ ਲੈਣਾ। ਕਠਿਨ ਦੂਤ ਜਿਹੜੇ ਜਮ ਨੇ ਲੈਣ ਆ ਗਏ ਹਨ। ਕਿਆ ਤੈ ਖੱਟਿਆ ਕਹਾ ਗਵਾਇਆ। ਉਹਨਾਂ ਆ ਕੇ ਫਿਰ ਪੁੱਛਿਆ, ਦੋ ਚਾਰ ਗੱਲਾਂ ਕਰ ਲਈਆਂ। ਕਈ ਵਾਰੀ ਮਿੱਤਰਤਾ ਜੀ ਵੀ ਬਣਾਉਂਦੇ ਨੇ ਤੇ ਕਈ ਬਹੁਤੇ ਸਖਤ ਹੁੰਦੇ ਨੇ, ਉਹ ਕੁਝ ਵੀ ਨਹੀਂ ਬੋਲਦੇ। ਕਹਿੰਦੇ ਦੱਸ ਵੀ ਸਾਰੀ ਜ਼ਿੰਦਗੀ ਕੀ ਕਰਦਾ ਰਿਹਾ ਗੱਲਾਂ ਤੋਂ ਬਿਨਾ, ਕਦੀ ਨਿਤਨੇਮ ਵੀ ਕੀਤਾ ਕਿ ਨਹੀਂ, ਕੀ ਖੱਟਿਆ ਤੇ ਕੀ ਗਵਾਇਆ ਹੈ ਤੂੰ। ਚਲੋ ਸ਼ਤਾਬ ਦੀਵਾਨ ਬੁਲਾਇਆ। ਚਲੋ ਸ਼ਤਾਬ ਮੈਨੇ ਜਲਦੀ ਕਰ, ਜਲਦੀ ਉੱਠ ਤੇ ਦੀਵਾਨ ਵਿੱਚ ਬੁਲਾਇਆ ਤੈਨੂੰ ਕਚਹਿਰੀ ਵਿੱਚ ਧਰਮ ਰਾਜੇ ਨੇ। ਚਲ ਦਰਹਾਲ ਦੀਵਾਨ ਬੁਲਾਇਆ। ਚੱਲ ਦਰਹਾਲ ਉਸੇ ਵੇਲੇ। ਇਹ ਨਹੀਂ ਵੀ ਮੈਂ ਕਮੀਜ਼ ਪਾ ਲਾਂ, ਦੂਜੀ ਇਹਨੂੰ ਵੱਟ ਪਏ ਹੋਏ ਨੇ ਪ੍ਰੈਸ ਵਾਲੀ ਪਾ ਲੈਂਦੇ ਹੋ, ਉਹ ਨਹੀਂ ਮੰਨਦੇ ਇਸ ਗੱਲ ਨੂੰ। ਕਹਿੰਦੇ ਜਿਹੜੀ ਭਾਵੇਂ ਜੋ ਮਰਜ਼ੀ ਪਾਇਆ ਤੁਰ ਪੋ ਉੱਠ ਕੇ, ਦਰਹਾਲ ਉਸੇ ਵੇਲੇ ਦੀਵਾਨ ਵਿੱਚ ਤੈਨੂੰ ਬੁਲਾਇਆ ਹੈ। ਹਰ ਫੁਰਮਾਨ ਦਰਗਾਹ ਕਾ ਆਇਆ। ਅਸਲ ਵਿੱਚ ਰੱਬ ਦਾ ਫਰਮਾਨ ਆ ਗਿਆ ਉਤੋਂ ਦਰਗਾਹ ਦੇ ਵਿੱਚੋਂ। ਰਹਾਓ ਕਰੋ ਅਰਦਾਸ ਗਾਵੇ ਕਿਛ ਬਾਕੀ। ਹੁਣ ਉਹ ਜਿਹੜਾ ਬੰਦਾ ਸੀ ਨਾ, ਉਹ ਦਫ਼ਤਰ ਵਿੱਚ ਲੱਗਾ ਹੋਇਆ ਸੀ, ਪਟਵਾਰੀ, ਤੇ ਉਹ ਪਿੰਡਾਂ ਦੇ ਵਿੱਚੋਂ ਮਾਮਲਾ ਕਰਾਉਂਦਾ ਸੀ, ਉਰਾਂ ਪਰਾਂ ਇਸ ਤਰ੍ਹਾਂ ਵੱਡੀਆਂ ਲੈਂਦਾ ਸੀ। ਉਹਨੇ ਜਮਾਂ ਨੂੰ ਸੋਚਿਆ ਵੀ ਇਹ ਕਿਹੜੀ ਗੱਲ ਹੈ, ਬੜੀ ਸਾਰੀ ਉਮਰ ਲੰਘ ਗਈ ਲੋਕਾਂ ਨੂੰ ਪੈਸੇ ਦੇ ਕੇ ਬੁੱਧੂ ਬਣਾਉਂਦਿਆਂ ਨੂੰ, ਇਹਨਾਂ ਨੂੰ ਵੀ ਆਪਾਂ ਰਿਸ਼ਵਤ ਦੇ ਕੇ ਰਾਤ ਰੱਖੀਏ ਤੇ ਨਾਲੇ ਰਾਤ ਸੇਵਾ ਪਾਣੀ ਕਰਾਂਗੇ, ਕੋਈ ਮਾਲ ਛਕਾਵਾਂਗੇ ਇਹਨਾਂ ਨੂੰ ਤੇ ਨਾਲੇ ਇਹਨਾਂ ਨੂੰ ਆਪਣਾ ਕਾਬੂ ਕਰ ਲੈਂਦੇ ਹਾਂ। ਉਹ ਕਹਿੰਦੇ ਕਰੋ ਅਰਦਾਸ। ਕਹਿੰਦੇ ਅਰਦਾਸ ਕਰਨਾ, ਕੁਝ ਪਿੰਡ ਰਹਿ ਗਏ ਨੇ ਮਾਮਲਾ, ਅਜੇ ਪੈਸੇ ਲੈਣੇ ਨੇ, ਮੈਂ ਕਈਆਂ ਕੋਲੋਂ ਲੈ ਆਵਾਂ। ਲਿਓ ਨਿਬੇਰ ਅੱਜ ਕੀ ਰਾਤੀ। ਅੱਜ ਦੀ ਰਾਤ ਤੁਸੀਂ ਇੱਥੇ ਹੀ ਰਹੋ ਤੇ ਅੱਜ ਦੇ ਰਾਤੋਂ ਰਾਤ ਪੈਸੇ ਇਕੱਠੇ ਕਰ ਲਾਂਗਾ। ਕਿਛ ਪੀ ਖਰਚ ਤੁਮਾਰਾ ਸਾਰੋ। ਤੇ ਵਿੱਚੋਂ ਦਿੱਤਾ ਤੇ ਰਿਸ਼ਵਤ ਦਾ ਲਾਲਚ ਸੀ ਨਾ, ਵੀ ਪੈਸਿਆਂ ਦੀ ਗੱਲ ਚੱਲੇਗੀ, ਸਿੱਧਾ ਤਿਆਗ ਨਹੀਂ ਸੀ ਸਕਦਾ। ਉਹ ਤਗੜੇ ਬੜੇ ਡੰਡੇ ਬੜੇ ਵੱਡੇ ਫੜੇ ਹੋਏ ਸੀ ਉਹਨਾਂ ਨੇ, ਵੀ ਕਿਤੇ ਸਿੱਧਾ ਕਹਿ ਦਿੱਤਾ ਵੀ ਲੈ ਲਓ ਰਿਸ਼ਵਤ ਤੇ ਦੋ ਡੰਡੇ ਮਾਰਨ ਮੂੰਹ ਦੇ ਉੱਤੇ। ਉਹ ਹਿਸਾਬ ਨਾਲ ਵਲ ਕੇ ਗੱਲ ਕੀਤੀ ਉਹਨੇ। ਕਹਿਣ ਲੱਗੇ ਉਹ ਜਿਹੜੇ ਪੈਸੇ ਇਕੱਠੇ ਕਰਾਂਗਾ, ਕਿਛ ਵੀ ਖਰਚ ਤੁਮਾਰਾ ਸਾਰੋਂ, ਉਹਦੇ ਵਿੱਚੋਂ ਤੁਹਾਡਾ ਵੀ ਖਰਚਾ ਪਾਣੀ ਜੇਬ ਖਰਚਾ ਕੱਢ ਦਿਆਂਗਾ। ਸੁਬਹ ਨਿਵਾਜ ਸਰਾਏ ਗੁਜ਼ਾਰੋ। ਤੇ ਰਾਤ ਆਪਾਂ ਤੁਰਾਂਗੇ ਤੇ ਸਵੇਰ ਦੀ ਜਿਹੜੀ ਨਵਾਜ਼ ਉਹ ਮੈਂ ਰਾਹ ਵਿੱਚ ਪੜ੍ਹ ਲਾਂਗਾ। ਰਾਹ ਵਿੱਚ ਸਰਾਂ ਆਵੇਗੀ ਨਾ ਜਿਹੜੀ, ਪਰਲੋਕ ਵਿੱਚ ਜਾਣਾ ਹੈ, ਤੇ ਉੱਥੇ ਰਾਹ ਵਿੱਚ ਜਿਹੜੀ ਨਮਾਜ਼ ਕਰ ਲਾਂਗਾ, ਭਾਵ ਸਵੇਰੇ ਟਾਈਮ ਨਾਲ ਤੁਰ ਪਾਂਗੇ। ਸਾਧ ਸੰਗ ਜਾਕੋ ਹਰ ਰੰਗ ਲਾਗਾ। ਪਰ ਇਹ ਗੱਲਾਂ ਉਹ ਕਿੱਥੇ ਮੰਨਦੇ ਸੀ। ਉਹਨਾਂ ਕਿਹਾ ਵੀ ਹੁਣੇ ਚੱਲ, ਇਹ ਨਹੀਂ ਹੁਣ ਚੱਲਦੀਆਂ ਗੱਲਾਂ, ਇੱਥੇ ਕੋਈ ਦਲੀਲ ਅਪੀਲ ਨਹੀਂ ਚੱਲਦੀ। ਉਹਨਾਂ ਨੇ ਅੱਗੇ ਲਾ ਲਿਆ, ਉਹ ਕਹਿੰਦੇ ਸਾਧ ਸੰਗ ਜਾਕੋ ਹਰ ਰੰਗ ਲਾਗਾ। ਜਿਨ੍ਹਾਂ ਨੂੰ ਇੱਥੇ
ਸਾਧ ਸੰਗਤ ਵਿੱਚ ਹਰੀ ਦਾ ਨਾਮ ਦਾ ਰੰਗ ਪਿਆਰ ਲੱਗਾ ਹੋਇਆ ਹੈ। ਧਨ ਧਨ ਸੋ ਜਨ ਪੁਰਖ ਸੁਭਾਗਾ। ਉਹ ਧਨ ਹੈ ਪੁਰਖ, ਉਹ ਧਨ ਜਿਹਦੇ ਵੱਡੇ ਭਾਗਾਂ ਵਾਲਾ ਹੈ। ਏਤ ਓਤ ਜਨ ਸਦਾ ਸੁਹੇਲੇ। ਇਹ ਉਹ ਜਾਮੀ ਮਨ ਨੂੰ ਕਹਿ ਰਹੇ ਨੇ, ਉਹ ਇੱਧਰ ਵੀ ਤੇ ਉਹਦੇ ਅੱਗੇ ਸਾਰੇ ਥਾਵਾਂ ਤੇ ਬਹੁਤ ਹੀ ਸੁਖੀ ਰਹਿੰਦੇ ਹਨ। ਜਨਮ ਪਦਾਰਥ ਜੀਤ ਅਮੋਲੇ। ਉਹਨਾਂ ਨੇ ਜਨਮ ਪਦਾਰਥ ਅਮੋਲਕ ਜਿਹੜਾ ਹੈ ਜਿੱਤ ਲਿਆ ਹੈ। ਜਾਗਤ ਸੋਇਆ ਜਨਮ ਗਵਾਇਆ। ਇੱਥੇ ਤਾਂ ਗੁਰੂ ਤੋਂ ਬਿਨਾਂ ਜਾਗਦੇ ਹੀ ਸੁੱਤਾ ਪਿਆ ਸੀ ਮਨੁੱਖ। ਕਹਿੰਦੇ ਆਪਣਾ ਜਨਮ ਗਵਾ ਲਿਆ ਉਸਨੇ। ਮਾਲ ਧਨ ਜੋਰਿਆ ਭਇਆ ਪਰਾਇਆ। ਜਿਹੜਾ ਮਾਲ ਧਨ ਜੋੜਿਆ ਸੀ ਉਹ ਪਰਾਇਆ ਹੋ ਗਿਆ ਇੱਕ ਪਲ ਦੇ ਵਿੱਚ। ਕਹੋ ਕਬੀਰ ਤੇਈ ਨਰ ਭੂਲੇ। ਕਬੀਰ ਸਾਹਿਬ ਕਹਿੰਦੇ ਨੇ ਉਹ ਨਰ ਭੁੱਲ ਗਏ ਨੇ ਅਸਲੀ ਕਾਰਜ ਤੋਂ। ਖਸਮ ਵਿਸਾਰ ਮਾਟੀ ਸੰਗ ਰੂਲੇ। ਇਸ ਤਰ੍ਹਾਂ ਖਸਮ ਨੂੰ ਭੁਲਾ ਕੇ ਮਿੱਟੀ ਵਿੱਚ ਰੁਲ ਗਏ। ਸੂਹੀ ਕਬੀਰ ਜੀਓ ਲਲਿਤ ਥਾਕੇ ਨੈਣ ਸਰਵਣ ਸੁਨ ਥਾਕੀ ਸੁੰਦਰ ਕਾਇਆ। ਇਹ ਕਬੀਰ ਜੀ ਦੀ ਸੂਹੀ ਲਲਿਤ ਮਿਲਾ ਕੇ ਬਣਾਇਆ ਹੋਇਆ ਰਾਗਣੀਆਂ ਨੇ ਦੋਵੇਂ, ਇਹਨਾਂ ਨੂੰ ਇਕੱਠੇ ਕਰਕੇ ਉਹਨਾਂ ਨੇ ਲਲਿਤ ਭਾਵ ਮਿੱਠੀ ਰਾਗਣੀ ਹੈ। ਇਹਦੇ ਵਿੱਚ ਲਲਿਤ ਜਿਹੜੀ ਰਾਗਮਾਲਾ ਵਿੱਚ ਵੀ ਆਉਂਦੀ ਹੈ। ਤਾਂ ਇੱਥੇ ਕਹਿੰਦੇ ਥਾਕੇ ਨੈਣ, ਅੱਖਾਂ ਵੇਖ ਵੇਖ ਕੇ ਥੱਕ ਗਈਆਂ ਤੇ ਹੁਣ ਨਜ਼ਰ ਕਮਜ਼ੋਰ ਪੈ ਗਈ, ਬੁੱਢੇ ਹੋ ਗਏ। ਸਰਵਣ ਨਿੰਦਿਆ ਸੁਣ ਕੇ ਤੇ ਆਪਣੀ ਉਸਤਤ ਸੁਣ ਕੇ ਥੱਕ ਗਏ ਹਨ। ਤੇ ਸੁੰਦਰ ਕਾਇਆ ਜਿਹੜੀ ਥੱਕ ਗਈ, ਬੁਢੇਪਾ ਆ ਗਿਆ ਹੈ। ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥਾਕ ਸਮਾਇਆ। ਜਰਾ ਹਾਕ ਦੀ, ਹਾਕ ਮੈਨੇ ਆਵਾਜ਼ ਮਾਰਨੀ, ਜਰਾ ਮੈਨੇ ਬੁਢੇਪੇ ਨੇ ਆਵਾਜ਼ ਮਾਰੀ ਵੀ ਹੋ ਜਾ ਤਗੜਾ, ਮੈਂ ਆ ਗਿਆ, ਹੁਣ ਤੇਰੀ ਸਮਾਪਤੀ ਕਰ ਦੇਣੀ ਹੈ। ਜਰਾ ਹਾਕ ਦੀ ਦਿੱਤੀ ਆਵਾਜ਼ ਦਿੱਤੀ ਹੈ। ਸਭ ਮਤ ਥਾਕੀ, ਜਿਹੜੀ ਮਤ ਸੀ, ਜਿਹੜੀ ਚਲਾਕੀ ਸੀ, ਉਹ ਵੀ ਥੱਕ ਗਈ। ਅਕਲ ਕੋਈ ਨਹੀਂ ਆਉਂਦੀ, ਯਾਦ ਕੋਈ ਨਹੀਂ ਰਹਿੰਦਾ, ਭੁੱਲ ਜਾਂਦਾ ਚੇਤਾ। ਤੇ ਘਰਦਿਆਂ ਨੇ ਵੀ ਕਹਿ ਦਿੱਤਾ ਵੀ ਸੱਤਰਿਆ ਬੱਤਰਿਆ ਗਿਆ ਦੀ ਮੰਜੀ ਬਾਹਰ ਡਾਓ ਕਿਸੇ ਪਾਸੇ ਸਾਈਡ ਤੇ ਉਹ ਜਿੰਨੀ ਜਲਦੀ ਹੋ ਸਕੇ ਦਾ ਕੰਮ ਨਿਬੇੜੋ। ਉਹਨਾਂ ਨੇ ਕਿਹਾ ਸਭ ਮਤ ਥਾਕੀ, ਕਹਿੰਦੇ ਏਕ ਨਾ ਥਾਕ ਸਮਾਇਆ, ਪਰ ਉਹਦੇ ਮਨ ਦੇ ਵਿੱਚੋਂ ਅਜੇ ਮਾਇਆ ਦੀ ਲਾਲਸਾ ਨਹੀਂ ਥੱਕੀ। ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ। ਇਹ ਕਮਲੇ ਮਨੁੱਖ, ਤੂੰ ਗਿਆਨ ਵਿਚਾਰ ਨਹੀਂ ਪ੍ਰਾਪਤ ਕੀਤਾ, ਗਿਆਨ ਦਾ ਰਤਨ ਨਹੀਂ ਤੈਨੂੰ ਮਿਲਿਆ। ਬਿਰਥਾ ਜਨਮ ਗਵਾਇਆ ਰਹਾਉ। ਆਪਣਾ ਜਨਮ ਤੂੰ ਵਿਰਥ ਵਿੱਚ ਹੀ ਗਵਾ ਲਿਆ ਹੈ। ਤਬ ਲਗ ਪ੍ਰਾਨੀ ਤਿਸੈ ਸਰੇ ਵਹੋ ਜਬ ਲਗ ਘਟ ਮਹਿਸਾਸਾ। ਇਹ ਪ੍ਰਾਣੀ, ਜਿੰਨਾ ਚਿਰ ਤੁਹਾਡੇ ਸਰੀਰ ਦੇ ਵਿੱਚ ਸਵਾਸ ਚੱਲਦੇ ਨੇ ਤਿਸ ਵਾਹਿਗੁਰੂ ਨੂੰ ਸਰੇਵੋ, ਸਿਮਰਨ ਕਰੋ, ਉਹਦਾ ਨਿਤਨੇਮ ਕਰੋ। ਜੇ ਘਟ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ। ਜੇ ਸਰੀਰ ਚਲਾ ਵੀ ਗਿਆ ਤੇ ਪ੍ਰੇਮ ਨਹੀਂ ਜਾਏਗਾ। ਜੇ ਤੁਸੀਂ ਇੱਥੇ ਪ੍ਰੇਮ ਕੀਤਾ ਉਸ ਵਾਹਿਗੁਰੂ ਨੇ ਤੇ ਹਰ ਕੇ ਚਰਨਾਂ ਦੇ ਵਿੱਚ ਤੁਹਾਡਾ ਨਿਵਾਸ ਹੋ ਜਾਏਗਾ ਵਾਹਿਗੁਰੂ ਦੇ। ਜਿਸ ਕੋ ਸ਼ਬਦ ਬਸਾਵੇ ਅੰਤਰ ਚੁਕੈ ਤਿਸਹਿ ਪਿਆਸਾ। ਜਿਸ ਗੁਰਮੁਖ ਦੇ ਅੰਦਰ ਸ਼ਬਦ ਵਸਾ ਦਿੰਦਾ, ਨਾਮ ਦੀ ਦਾਤ ਵਸਾ ਦਿੰਦਾ ਹੈ, ਉਹਦੀ ਪਿਆਸ ਤ੍ਰਿਸ਼ਨਾ ਦੀ ਖਤਮ ਹੋ ਜਾਂਦੀ ਹੈ। ਹੁਕਮੈ ਬੂਝੈ ਚੌਪੜ ਖੇਲੈ ਮਨ ਜਿਨ ਢਾਲੇ ਪਾਸਾ। ਗੁਰੂ ਦਾ ਹੁਕਮ ਮੰਨਦਾ ਗੁਰੂ ਕਾ ਸਿੱਖ ਚੌਪੜ ਦੀ ਖੇਡ, ਜ਼ਿੰਦਗੀ ਦੀ ਖੇਡਦਾ ਪਾਸੇ ਢਾਲਦਾ ਜਿੱਤ ਜਾਂਦਾ ਹੈ। ਜੋ ਜਨ ਜਾਨ ਭਜੇ ਅਬਗਤ ਕਉ ਤਿਨ ਕਾ ਕਛੂ ਨ ਨਾਸਾ। ਜਿਹੜੇ ਜਾਣ ਕੇ, ਜਿਹੜੇ ਮਨੁੱਖ ਅਵਗਤ ਭਾਵ ਜਿਹੜਾ ਨਾਸ਼ ਨਹੀਂ ਹੁੰਦਾ, ਸਦਾ ਕਾਇਮ ਰਹਿੰਦਾ ਹੈ, ਭਜਦੇ ਹਨ ਪਰਮੇਸ਼ਰ ਨੂੰ ਅਵਿਅਕਤ ਜਾਣ ਕੇ, ਕਹਿਣ ਲੱਗੇ ਉਹਨਾਂ ਦਾ ਕੋਈ ਨਾਸ ਨਹੀਂ ਹੁੰਦਾ, ਸਦਾ ਕਾਇਮ ਰਹਿੰਦੇ ਹਨ ਬ੍ਰਹਮ ਗਿਆਨੀ। ਕਹੋ ਕਬੀਰ ਤੇ ਜਨ ਕਬਹੁ ਨ ਹਾਰਹਿ ਢਾਲ ਜੋ ਜਾਣਹਿ ਪਾਸਾ। ਕਬੀਰ ਸਾਹਿਬ ਕਹਿੰਦੇ ਨੇ ਐਸੇ ਜਨ ਗੁਰੂ ਕੇ ਪਿਆਰੇ ਕਦੀ ਨਹੀਂ ਹਾਰਦੇ, ਜਿਹੜੇ ਇਹ ਜ਼ਿੰਦਗੀ ਦੀ ਖੇਡ ਵਿੱਚ ਵਿਕਾਰਾਂ ਨੂੰ ਹਰਾਉਣ ਲਈ ਪਾਸਾ ਢਾਲਣਾ ਜਾਣਦੇ ਹਨ। ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿੱਖ ਦਾਰਾ ਪੰਚੇ ਮਾਗਹਿ ਹਾਲਾ। ਇੱਕ ਕੋਟ ਹੈ ਕਿਲਾ ਸਰੀਰ ਤੇ ਪੰਜ ਇਹਦੇ ਸਿਕਦਾਰ ਚੌਧਰੀ ਬਣੇ ਬੈਠੇ ਹਨ। ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ। ਤੇ ਮਹਾਰਾਜ ਕਹਿੰਦੇ ਪੰਚੇ ਮੰਗੈ ਹਾਲਾ ਮੈਨੇ ਹਲ ਦੇ ਉੱਤੋਂ ਮਾਮਲਾ ਮੰਗਣਾ। ਪੰਜੇ ਦੇ ਪੰਜੇ ਵਿਕਾਰ ਜਿਹੜੇ ਨੇ ਮਾਮਲਾ ਮੰਗਦੇ ਹਨ। ਜਿਵੇਂ ਨਾਹੀ ਮੈਂ ਕਿਸੀ ਕੀ ਬੋਈ ਐਸਾ ਦਿਨ ਦੁਖਾਲਾ। ਤੇ ਕਬੀਰ ਜੀ ਕਹਿੰਦੇ ਮੈਂ ਕਿਹੜਾ ਇਹਨਾਂ ਦੀ ਜ਼ਮੀਨ ਬੀਜੀ ਹੋਈ ਹੈ, ਭਾਵ ਮੈਂ ਇਹਨਾਂ ਤੋਂ ਲਿਆ ਹੀ ਕੁਝ ਨਹੀਂ, ਕਦੀ ਕੁਝ ਇਹਨਾਂ ਦੀ ਵਰਤੋਂ ਹੀ ਨਹੀਂ ਕੀਤੀ, ਇਹਨਾਂ ਦੇ ਪ੍ਰਭਾਵ ਥੱਲੇ ਨਹੀਂ ਆਇਆ। ਜਾਂ ਤੇ ਮੈਂ ਇਹਨਾਂ ਵਿੱਚੋਂ ਕਿਸੇ ਦਾ ਗੁਲਾਮ ਹੋਵਾਂ ਨਾ। ਤੇ ਕਬੀਰ ਸਾਹਿਬ ਤੇ ਗੁਲਾਮ ਨਹੀਂ, ਨਾ ਕਾਮ ਦੇ ਨਾ ਕ੍ਰੋਧ ਦੇ। ਕਹਿਣ ਲੱਗੇ ਦੱਸੋ ਫਿਰ ਇਹਨਾਂ ਨੂੰ ਮੈਂ ਦਿਆਂ ਕਿਉਂ ਕੁਝ, ਕਿਉਂਕਿ ਜਦੋਂ ਮੈਂ ਇਹਨਾਂ ਤੋਂ ਲਿਆ ਹੀ ਕੁਝ ਨਹੀਂ, ਇਹ ਦੇਣਾ ਤੇ ਫਿਰ ਦੁਖਾਲਾ ਬੜਾ ਦੁੱਖ ਵਾਲਾ ਹੋਵੇਗਾ। ਮੈਂ